ਵੈਨਕੂਵਰ ਦੇ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਦੇ ਵਿੱਚ 8ਵੇਂ ਸਾਲਾਨਾ ਢਾਹਾਂ ਸਾਹਿਤ ਅਵਾਰਡ ਦਾ ਐਲਾਨ ਕੀਤਾ ਗਿਆ। ਇਸ ਵਿੱਚ ਪੰਜਾਬੀ ਭਾਸ਼ਾ ਦੀਆਂ 3 ਕਿਤਾਬਾਂ ਦੇ ਲੇਖਕਾਂ ਨੂੰ ਕੁੱਲ ਮਿਲਾ ਕੇ $45,000 ਦਾ ਇਨਾਮ ਦਿੱਤਾ ਗਿਆ। ਇਹ ਪੰਜਾਬੀ ਸਾਹਿਤ ਦੇ ਬਹੁਤ ਵਕਾਰੀ ਇਨਾਮ ਹਨ, ਜਿਨ੍ਹਾਂ ਵਿੱਚ ਇਸ ਵਾਰ 40 ਕਿਤਾਬਾਂ ਦਰਮਿਆਨ ਮੁਕਾਬਲਾ ਸੀ। ਢਾਹਾਂ ਪ੍ਰਾਈਜ਼ 2013 ਦੇ ਵਿੱਚ ਸ਼ੁਰੂ ਕੀਤਾ। ਅੱਜ 8ਵਾਂ ਸਾਲਾਨਾ ਅਨਾਉਂਸਮੈਂਟ ਆ। ਜਿਹੜੀਆਂ ਚੀਜ਼ਾਂ ਅਲੋਪ ਹੋ ਰਹੀਆਂ ਆ ਉਹਨਾਂ ਨੂੰ ਇਹਨਾਂ ਨੇ ਬਹੁਤ ਖੋਜ ਨਾਲ ਔਰ ਬਹੁਤ ਹੀ ਕਲਾਤਮਕ ਤਰੀਕੇ ਦੇ ਨਾਲ ਜਿਹੜਾ ਉਹ ਪੇਸ਼ ਕੀਤਾ ਹੈਗਾ ਇਹਨਾਂ ਕਹਾਣੀਆਂ ਦੇ ਵਿੱਚ। ਔਰ ਉਹ ਆਪਣੇ ਆਪ ਦੇ ਵਿੱਚ ਇੱਕ ਇਸ ਕਿਸਮ ਦੀਆਂ ਮਤਲਬ ਇਹ ਕਹਾਣੀਆਂ ਜਿਹੜੀਆਂ ਤੁਸੀਂ ਸ਼ਾਇਦ ਪਹਿਲਾਂ ਇਸ ਅੰਦਾਜ਼ ਦੇ ਵਿੱਚ ਉਹ ਨਾ ਪੜ੍ਹੀਆਂ ਹੋਣ ਪੰਜਾਬੀ ਦੀਆਂ। ਇਹ ਵੀ ਫੈਸਲਾ ਕੀਤਾ ਕਿ ਅਸੀਂ 3 ਜਰੀਜ਼ ਤਿਆਰ ਕਰਾਂਗੇ। ਇੱਕ ਗੁਰਮੁਖੀ ਦੀ ਜਰੀ ਜਿਹਦੇ ਵਿੱਚ 3 ਸੱਜਣ ਹੋਗੇ, ਇੱਕ ਸ਼ਾਹਮੁਖੀ ਦੀ ਜਰੀ, ਉਹ ਫਿਰ ਉਹ ਕਿਤਾਬਾਂ ਨੂੰ ਇਵੈਲੂਏਟ ਕਰੂਗੇ ਤਾਂ ਉਹ ਗਾਹਾਂ ਰეკਮੈਂਡੇਸ਼ਨ ਆਪਣੀਆਂ ਭੇਜੂਗੇ ਸੈਂਟਰਲ ਜਰੀ ਨੂੰ। ਸੈਂਟਰਲ ਜਰੀ ਦੇ ਵਿੱਚ ਸਾਰੇ ਜਰਸ ਨੂੰ 2 ਲਿਪੀਆਂ ਪੜ੍ਹਨੀਆਂ ਆਉਣੀਆਂ ਚਾਹੀਦੀਆਂ। ਦੁਨੀਆ ਦੇ ਵਿੱਚ ਸਭ ਤੋਂ ਵੱਡਾ ਪੰਜਾਬੀ ਦਾ ਇਨਾਮ ਇਹ ਹੈਗਾ। 2 ਲਿਪੀਆਂ ਜਿਹੜੀਆਂ ਆ ਉਹਨਾਂ ਦੇ ਵਿੱਚ ਕਿਤਾਬਾਂ ਜਿਹੜੀਆਂ ਉਹ ਸਬਮਿਟ ਹੁੰਦੀਆਂ। ਇਹ ਆਪਣੇ ਆਪ ਦੇ ਵਿੱਚ ਇੱਕ ਮਹੱਤਵਪੂਰਨ ਗੱਲ ਹੈਗੀ ਆ। ਅਤੇ ਜਿਹੜੀ ਪੰਜਾਬੀ ਜਿਸ ਪੱਧਰ ਦੇ ਉੱਤੇ ਇਹ ਇਨਾਮ ਦਿੱਤਾ ਜਾਂਦਾ ਆ ਉਹਦੇ ਨਾਲ ਪੰਜਾਬੀਆਂ ਦੇ ਵਿੱਚ ਜਿਹੜੀ ਪੰਜਾਬੀ ਸਾਹਿਤ ਬਾਰੇ ਚਰਚਾ ਚੱਲਦੀ ਹੈਗੀ ਆ ਉਹਦਾ ਤੁਸੀਂ ਕੋਈ ਮੁੱਲ ਨਹੀਂ ਰੱਖ ਸਕਦੇ ਹੈਗੇ। ਸਾਡੇ ਸਾਈਡ ਵਾਲੇ ਕਿਸੇ ਪੰਜਾਬੀ ਨੇ ਲਿਖੀ ਹੈ ਉਹ ਉਸ ਸਾਈਡ 'ਤੇ ਪੜ੍ਹੀ ਜਾਂਦੀ ਹੈ, ਉਸ ਸਾਈਡ ਦਾ ਜਿਹੜੇ ਪੰਜਾਬੀ ਦੇ ਲਿਖੀ ਹੋਈ ਜਿਹੜੀ ਕਿਤਾਬ ਹੈ ਉਹ ਸਾਡੀ ਸਾਈਡ 'ਤੇ ਪੜ੍ਹੀ ਜਾਂਦੀ ਹੈ। ਫਿਰ ਟਰਾਂਸਲੇਸ਼ਨਸ ਹੋ ਰਹੀਆਂ ਨੇ। ਫਿਰ ਜਦੋਂ ਤੀਕਰ ਇਹ ਕੋਵਿਡ ਨਹੀਂ ਸੀ ਤੇ ਇਹ ਲੋਕ ਇਕੱਠੇ ਹੁੰਦੇ ਸੀ ਇੱਥੇ। ਪਾਕਿਸਤਾਨ ਦੇ ਰਾਈਟਰਸ ਇੱਥੇ ਆਏ ਨੇ, ਇੰਡੀਅਨ ਰਾਈਟਰਸ ਇੱਥੇ ਆਏ ਨੇ, ਇੱਥੇ ਦੇ ਰਾਈਟਰਸ ਨੇ ਇਹਨਾਂ ਨੂੰ ਮਿਲਣ ਦਾ ਮੌਕਾ, ਬਹਿਣ ਦਾ ਮੌਕਾ ਮਿਲ ਰਿਹਾ ਹੈ। ਤਾਂ ਇਹ ਸਾਰੀਆਂ ਚੀਜ਼ਾਂ ਜੋੜਦੀਆਂ ਸਨ। ਇਹ ਮੇਰੇ ਮਨ ਦੀ ਕੁਠਾਲੀ ਵਿੱਚ ਪਿਘਲੀ ਤਾਂਬੇ ਵਰਗੀ ਲਿਸ਼ਕੀ ਮਹਿਕ ਨੂੰ ਤੁਸੀਂ ਨਵਾਜਿਆ। ਕਿ ਅਸੀਂ ਇੱਥੇ ਅੰਗਰੇਜ਼ੀ ਬੋਲਣੀ ਆ, ਸਾਡੀ ਪਹਿਲੀ ਬੋਲੀ ਕੈਨੇਡਾ ਦੇ ਵਿੱਚ ਅੰਗਰੇਜ਼ੀ ਆ, ਪਰ ਉਹਦੇ ਨਾਲ ਜੇ ਸਾਡੇ ਬੱਚੇ ਪੰਜਾਬੀ ਪੜ੍ਹਨਗੇ ਸਾਡੇ ਪਿਛੋਕੜ ਦੇ ਨਾਲ ਜੁੜੇ ਰਹਿਣਗੇ। ontario ਦੇ ਪ੍ਰੀਮੀਅਰ ਡਗ ਫੋਰਡ ਨੇ ਕੋਵਿਡ-19 ਟੀਕੇ ਦੇ ਸਰਟੀਫਿਕੇਟ ਅਤੇ ਇਸ ਦੇ ਵੈਰੀਫਿਕੇਸ਼ਨ ਐਪ ਦੇ ਰੋਲ ਆਊਟ ਬਾਰੇ ਅਪਡੇਟ ਪ੍ਰਦਾਨ ਕੀਤੀ। ਉਹਨਾਂ ਕਿਹਾ ਹੈ ਕਿ QR ਕੋਡ ਆਧਾਰਿਤ ਟੀਕਾਕਰਨ ਸਰਟੀਫਿਕੇਟ ਆਉਣ ਵਾਲੇ ਦਿਨਾਂ ਵਿੱਚ ਡਾਊਨਲੋਡ ਕਰਨ ਲਈ ਉਪਲਬਧ ਹੋਣਗੇ। ਉਹਨਾਂ ਦੱਸਿਆ ਹੈ ਕਿ ਸਰਟੀਫਿਕੇਟ ਸਕੈਨ ਕਰਨ ਲਈ ਵਰਤੀ ਜਾਣ ਵਾਲੀ ਐਪ ਪਹਿਲਾਂ ਹੀ ਉਪਲਬਧ ਹੈ। For the patience and understanding you have shown as the province proof of vaccination system is rolled out, we ask that everyone continue to demonstrate the same cooperation and understanding that has gotten us this far, and to focus on what these temporary measures mean to us. They mean we can allow businesses the comfort to keep operating safely. They mean we can continue getting back to doing things we want without losing the gains we've made. And they mean we have the best chance to avoid being forced back into lockdowns that nobody wants. Much like the vaccine rollout, we asked Ontarians to pull together, and you've responded once again, and for that, I thank all of you. Starting today, individuals born in January, February, March, and April can log on to Ontario's vaccine portal to download their enhanced certificate, which now includes their official QR code. Tomorrow, individuals born in the months of May to August can do so, followed by anyone born in the months of September to December on October 17th. We cohorted the downloads to help ensure a smooth and seamless experience, while ensuring that everyone can be ready well before the new enhanced certificate takes effect on October 22nd. As of 6 a.m. on October 18th, any individual, regardless of your birth date, will be able to log on and download. Also, as of today, businesses and organizations can download and verify Ontario app to scan and verify customers' QR codes. This will give businesses an opportunity to test and get used to the app well ahead of October 22nd implementation of the enhanced certificate. Together, the enhanced certificate and Verify Ontario app will make it easier and more secure for Ontarians to show their proof of vaccine. ਸਾਰੀ ਦੁਨੀਆ ਜਾਣਦੀ ਹੈ ਕਿ ਕੈਨੇਡਾ ਵਰਗੇ ਮੁਲਕਾਂ ਵਿੱਚ ਵੀ ਰੰਗ ਦੇ ਆਧਾਰ ਉੱਤੇ ਲੋਕਾਂ ਨਾਲ ਭੇਦਭਾਵ ਹੁੰਦਾ ਹੈ। ਖਾਸ ਕਰਕੇ ਕਾਲੇ ਰੰਗ ਦੇ ਲੋਕਾਂ ਉੱਤੇ ਵੀ ਕਾਫੀ ਤਸ਼ੱਦਦ ਹੁੰਦਾ ਰਿਹਾ। ਹੁਣ ਮੈਨੀਟੋਬਾ ਸਰਕਾਰ ਨੇ 1 ਅਗਸਤ ਨੂੰ ਕਾਲੇ ਲੋਕਾਂ ਨੂੰ ਸਮਰਪਿਤ ਦਿਨ ਮਨਾਉਣ ਦਾ ਐਲਾਨ ਕੀਤਾ ਹੈ। ਇਸੇ ਤਹਿਤ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਬਿੱਲ 232 ਮੁਕਤੀ ਦਿਵਸ ਐਕਟ ਪਾਸ ਕੀਤਾ, ਜੋ ਉਸ ਦਿਨ ਦੀ ਨਿਸ਼ਾਨਦੇਹੀ ਕਰਦਾ ਹੈ ਜਿਸ ਦਿਨ 1834 ਵਿੱਚ ਬ੍ਰਿਟਿਸ਼ ਸਾਮਰਾਜ ਦੇ ਵਿੱਚੋਂ ਗੁਲਾਮੀ ਖਤਮ ਕਰਨ ਦਾ ਐਕਟ ਲਾਗੂ ਹੋਇਆ ਸੀ।
I'm so pleased to be speaking here today on the passing of Bill 232, the Emancipation Day Act, which marks August 1st as Emancipation Day here in Manitoba. It's exciting to know that people of all political stripes are recognizing the importance of Emancipation Day. And we hope that this is a first starting point of collaborative work to build for better lives for people in the BIPOC community. As a society and a civilization, especially in Canada, we have the opportunity, the resources to help. We have the ability to be able to put more funding towards mental health. We have the ability to have different programs to be able to help with recidivism rates in regards to our Indigenous community and our Black community, as far as some of the continued methodologies of why is this community still going in this place. Now we can see some of the PTSD of the generational trauma. Well, what do we want to see next? Now being able to have instrumental goals in place to take this energy and move it forward and be able to have things saying from this moment that Jamie Moses has done with his collective group of the politicians. Now we did that, and look at all the things that came in a positive way. Education is key, and we'll continue to bring knowledge and hope for the future and have an acceptable place here in Canada's history. I think they're really excited that we had an accomplishment. Being the first Black man to pass a law in Manitoba is an exciting accomplishment for our community. But also, I think we're looking forward to planning and building and working towards an event on August 1st, Emancipation Day in 2022. A slave mindset is still feeling trapped, still feeling a certain way. So emancipating yourself to free your mind, to allow yourself to feel as you are equal, you do belong here, and being able to walk in that path and be acknowledged. ਪ੍ਰਧਾਨ ਮੰਤਰੀ ਜਸਟਿਨ ਟਰੂਡੋ 26 ਅਕਤੂਬਰ ਨੂੰ ਆਪਣੇ ਨਵੇਂ ਮੰਤਰੀ ਮੰਡਲ ਦਾ ਖੁਲਾਸਾ ਕਰਨਗੇ। ਇਸ ਵਾਰੀ ਆਪਣੇ ਤੀਜੇ ਕਾਰਜਕਾਲ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੋਵਿਡ-19 ਖਿਲਾਫ ਵਿੱਢੀ ਜੰਗ ਉੱਤੇ ਆਪਣਾ ਬਹੁਤਾ ਧਿਆਨ ਦੇਣਗੇ ਅਤੇ ਅਰਥਚਾਰੇ ਨੂੰ ਮੁੜ ਲੀਹ ਉੱਤੇ ਲਿਆਉਣ ਲਈ ਆਪਣਾ ਪੂਰਾ ਜ਼ੋਰ ਲਾਉਣਗੇ। ਇੱਕ ਲਿਖਤੀ ਬਿਆਨ ਦੇ ਵਿੱਚ ਟਰੂਡੋ ਦੇ ਆਫਿਸ ਨੇ ਆਖਿਆ ਕਿ ਕੈਨੇਡੀਅਨ ਤਰਜੀਹਾਂ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਪ੍ਰਧਾਨ ਮੰਤਰੀ ਵਿਰੋਧੀ ਧਿਰਾਂ ਦੇ ਆਗੂਆਂ ਨਾਲ ਫੋਨ ਉੱਤੇ ਗੱਲਬਾਤ ਕਰਨ ਬਾਰੇ ਵਿਚਾਰ ਕਰ ਰਹੇ ਨੇ। ਇਸ ਦੌਰਾਨ ਟਰੂਡੋ ਵਿਰੋਧੀ ਆਗੂਆਂ ਨਾਲ ਇਹ ਵਿਚਾਰ ਚਰਚਾ ਵੀ ਕਰਨਾ ਚਾਹੁੰਦੇ ਨੇ ਕਿ ਮਹਾਮਾਰੀ ਦੀ ਚੌਥੀ ਵੇਵ ਦਰਮਿਆਨ ਹਾਊਸ ਆਫ ਕਾਮਨਸ ਦੀ ਕਾਰਵਾਈ ਕਿਸ ਤਰ੍ਹਾਂ ਸ਼ੁਰੂ ਕੀਤੀ ਜਾਵੇ। ਇਸ ਬਿਆਨ ਦੇ ਵਿੱਚ ਇਹ ਵੀ ਆਖਿਆ ਗਿਆ ਹੈ ਕਿ ਸਭ ਤੋਂ ਪਹਿਲਾਂ ਤਾਂ ਟਰੂਡੋ ਵਿਰੋਧੀ ਧਿਰਾਂ ਦੇ ਆਗੂਆਂ ਨਾਲ ਗੱਲਬਾਤ ਕਰਕੇ ਇਹ ਯਕੀਨੀ ਬਣਾਉਣਾ ਚਾਹੁੰਦੇ ਨੇ ਕਿ ਹਾਊਸ ਆਫ ਕਾਮਨਸ ਦਾਖਲ ਹੋਣ ਤੋਂ ਪਹਿਲਾਂ ਸਾਰੇ ਮੈਂਬਰ ਪਾਰਲੀਮੈਂਟ ਵੈਕਸੀਨੇਸ਼ਨ ਕਰਵਾ ਕੇ ਆਉਣ। ਇਸ ਮਾਮਲੇ ਉੱਤੇ ਲਿਬਰਲ ਬਲਾਕ ਕਿਊਬਿਕ ਦੇ NDP ਆਗੂ ਨੇ ਵੀ ਸਹਿਮਤੀ ਦਿੱਤੀ ਹੈ। ਵਿੰਕਲਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਮੈਨੀਟੋਬਾ ਦੇ ਸਿਹਤ ਮੰਤਰੀ ਆਲਡਰੀ ਗਾਜਨ ਨੇ ਬਾਉਂਡਰੀ ਟ੍ਰੇਲਰਸ ਹੈਲਥ ਸੈਂਟਰ ਦੇ ਵਿਸਥਾਰ ਅਤੇ ਸਥਾਨਕ ਸਿਹਤ ਸੰਭਾਲ ਲਈ ਸੂਬਾਈ ਫੰਡਿੰਗ ਦੀ ਘੋਸ਼ਣਾ ਕੀਤੀ। ਇਸ ਪ੍ਰੋਜੈਕਟ ਲਈ ਸਿਹਤ ਮੰਤਰੀ ਵੱਲੋਂ $64.4 ਮਿਲੀਅਨ ਦਾ ਐਲਾਨ ਕੀਤਾ ਗਿਆ। Our goal to provide better health care for all Manitobans is our top priority. Our bold vision for better health care focused on reduced wait times, improved access, and more services closer to home. And together, we are taking significant steps in achieving that goal today. As part of our government's largest capital health commitment in our province's history, I'm pleased to announce today over $64 million to support the significant expansion at Boundary Trails Health Centre. This investment will help support this centre to serve as a district hub for the community and region, offering Southern Manitobans many services that might currently require them to seek care in Winnipeg or other communities. This $64 million investment will move forward in 2 stages. First, the construction of a new 2-story community services building and inpatient building additions, followed by renovations to the existing health centre. While planning for the new building is still being finalized, it is expected to include a number of existing programs that are currently located elsewhere, including acute care areas of the health centre. This may also include such services as ambulatory care, cancer services, home care, education services, public health information services, and administration. Construction of the new building to be located adjacent to the current health centre is expected to begin by the summer of next year.
Once programs and services have been relocated to the new Community Services Building, renovations will begin on the vacated spaces in the health centre. This will allow for the creation of expanded spaces for several departments and programs, including surgery as well as the addition of a retail pharmacy. Our government is investing in better health care, and we're investing in the health and well-being of people and communities in rural Manitoba. Thank you. ਕੈਨੇਡਾ ਦੀ ਚੀਫ ਮੈਡੀਕਲ ਅਧਿਕਾਰੀ ਡਾਕਟਰ ਥੈਰੇਸਾ ਟੈਮ ਨੇ ਕੋਵਿਡ-19 ਮਹਾਮਾਰੀ ਬਾਰੇ ਇੱਕ ਅਪਡੇਟ ਪ੍ਰਦਾਨ ਕੀਤੀ। ਇਸ ਦੌਰਾਨ ਉਹਨਾਂ ਤੋਂ ਸਿਹਤ ਸੰਭਾਲ ਕਰਮਚਾਰੀਆਂ ਲਈ ਟੀਕੇ ਦੇ ਆਦੇਸ਼ਾਂ, ਕੈਨੇਡਾ ਵਿੱਚ ਦਾਖਲ ਹੋਣ ਵਾਲੇ ਯਾਤਰੀਆਂ ਦੀ ਜਾਂਚ ਦੀਆਂ ਜ਼ਰੂਰਤਾਂ ਅਤੇ 5 ਤੋਂ 11 ਸਾਲ ਦੇ ਉਮਰ ਦੇ ਬੱਚਿਆਂ ਲਈ ਸੰਭਾਵਿਤ ਟੀਕੇ ਦੀ ਪ੍ਰਵਾਨਗੀ ਬਾਰੇ ਸਵਾਲ ਪੁੱਛੇ ਗਏ। Last Friday, we presented an update on the epidemiology and modelling in Canada, showing that efforts to increase vaccine coverage and reintroduce public health measures in heavily impacted areas have been effective in slowing spread at the national level. Encouragingly, the updated modelling forecast suggested that we could observe a decline in daily cases in the coming weeks, so long as we continue to increase vaccine uptake as well as maintain existing public health measures. While we are cautiously optimistic about the trajectory, the latest modelling also underscored the need to remain vigilant to protect our progress and reduce the risk of overwhelming healthcare capacity, especially as we head into the respiratory infections season. The latest surveillance data from this week indicates that although the virus continues to surge and present ongoing challenges in several areas of the country, overall, we're observing a decline in COVID-19 disease activity nationally. Over the past week, there were an average of over 3,160 new cases being reported daily across Canada, a decrease of 15% compared to the week prior. However, severe outcome trends remain elevated, with an average of more than 2,500 people with COVID-19 being treated in our hospitals each day, including over 750 in intensive care units, and an average of 40 deaths were reported daily. COVID-19 cases and hospitalizations are predominantly occurring among unvaccinated people. From end of August to late September, the average weekly rate of new COVID-19 cases was 8 times higher, while the average weekly rate of hospitalizations was 26 times higher in unvaccinated people than in fully vaccinated people. With Thanksgiving behind us, this means we're also entering influenza or flu season. The virtually non-existent last year, thanks in large part to the public health measures in place to reduce the spread of COVID-19, but it has not disappeared. This year, anticipating a possible flu resurgence due to lower levels of immunity in the population as a result of less circulation last flu season and easing of some restrictive community-based public health measures made possible thanks to the high COVID-19 vaccine coverage.